ਸਤਿ ਸ਼੍ਰੀ ਅਕਾਲ ਜੀ। ਅ ਵੈਰੀ ਵਾਰਮ ਵੈਲਕਮ ਟੂ ਗਿਆਨਮ ਪੰਜਾਬ। ਬੱਚੇ ਪੀਸੀਐਸ ਦੀ ਜੇ ਆਪਾਂ ਗੱਲ ਕਰੀਏ ਤਾਂ ਪੀਸੀਐਸ ਦੇ ਥਰੂ ਨਿਊਜ਼ਪੇਪਰ ਇਨਸਾਈਟਸ, ਥਰੂ ਦੀ ਕੈਬਨਿਟ ਮੀਟਿੰਗ, ਸੋ ਇਸ ਚੀਜ਼ ਬਾਰੇ ਪਤਾ ਲੱਗੇ ਕਿ ਪੀਸੀਐਸ ਦੀ ਨੋਟੀਫਿਕੇਸ਼ਨ ਬਹੁਤ ਜਲਦੀ ਹੀ ਐਕਸਪੈਕਟਡ ਹੈ, ਬਟ ਇਹ ਕਦੋਂ ਆ ਰਹੀ ਹੈ ਇਹ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ। ਐਂਡ ਜੇ ਆਪਾਂ ਆਹ ਸੋਚੀਏ ਕਿ ਨਿਊ ਨੋਟੀਫਿਕੇਸ਼ਨ ਤੋਂ ਬਾਅਦ 'ਚ ਆਪਾਂ ਪੇਪਰ ਦੀ ਤਿਆਰੀ ਕਰਾਂਗੇ ਤਾਂ ਉਹ ਥੋੜ੍ਹੀ ਜਿਹੀ ਮੁਸ਼ਕਿਲ ਹੋ ਜਾਂਦੀ ਹੈ, ਕਿਉਂਕਿ ਨੋਟੀਫਿਕੇਸ਼ਨ ਤੋਂ ਲੈ ਕੇ ਪ੍ਰੀਲਿਮਸ ਦੇ ਵਿੱਚ ਨਾ ਸਿਰਫ 3 ਮਹੀਨਿਆਂ ਦਾ ਟਾਈਮ ਹੀ ਹੁੰਦਾ ਐਂਡ 3 ਮਹੀਨਿਆਂ ਦੇ ਵਿੱਚ ਇੱਕ ਸਿਵਲ ਸਰਵਿਸਿਜ਼ ਪੇਪਰ ਦੀ ਤਿਆਰੀ ਨਹੀਂ ਹੋ ਸਕਦੀ ਹੈ। ਸੋ ਇਸੇ ਕਰਕੇ ਗਿਆਨਮ ਪੰਜਾਬ ਸਾਰੇ ਸਟੂਡੈਂਟਸ ਲਈ ਪੀਸੀਐਸ ਦਾ ਇੱਕ ਆਨਲਾਈਨ ਰਿਕਾਰਡਡ ਬੈਚ ਲੈ ਕੇ ਆ ਰਿਹਾ, ਜਿਹਦੇ ਵਿੱਚ ਤੁਹਾਨੂੰ ਘਰੇ ਬੈਠ ਕੇ, ਠੀਕ ਹੈ ਨਾ, ਇੱਕ ਰਿਕਾਰਡਿੰਗਸ ਦੇ ਫਾਰਮ ਦੇ ਵਿੱਚ ਤੁਹਾਡੇ ਕੋਲ ਸਾਰੇ ਲੈਕਚਰਸ ਆਉਣਗੇ। ਤੁਹਾਡੇ ਪ੍ਰੀਲਿਮਸ ਤੇ ਮੇਨਸ ਦੋਨਾਂ ਦੀ ਹੀ ਤਿਆਰੀ ਇਸ ਰਿਕਾਰਡਡ ਬੈਚ ਥਰੂ ਕਰਵਾਈ ਜਾਏਗੀ। ਜੇ ਆਪਾਂ ਇਹਦੀ ਸਭ ਤੋਂ ਪਹਿਲਾਂ ਫੀਸ ਦੀ ਗੱਲ ਕਰ ਲਈ ਤਾਂ ਬਹੁਤ ਹੀ ਨੋਮੀਨਲ ਫੀਸ ਹੈ, ਠੀਕ ਹੈ ਜੀ। ਸੋ 30,000 ਇਜ਼ ਦੀ ਨੋਮੀਨਲ ਫੀਸ ਆਫ ਦਿਸ ਪਰਟੀਕੂਲਰ ਬੈਚ। ਐਂਡ ਇਹ ਜਿਹੜੇ ਸਟੂਡੈਂਟਸ ਲਾਈਕ ਵਰਕਿੰਗ ਨੇ, ਜਿਨ੍ਹਾਂ ਨੇ ਹਜੇ ਸ਼ੁਰੂ ਹੀ ਕੀਤੀ ਹੈ ਆਪਣੀ ਨੌਕਰੀ, ਜਿਹੜੇ ਸਿਵਲ ਸਰਵਿਸਿਜ਼ ਦੀ ਤਿਆਰੀ ਦੇ ਉੱਪਰ ਬਹੁਤ ਜ਼ਿਆਦਾ ਪੈਸੇ ਨਹੀਂ ਖਰਚ ਸਕਦੇ, ਸੋ ਜਿਹੜੇ ਕਾਲਜ ਗੋਇੰਗ ਸਟੂਡੈਂਟਸ ਨੇ ਫਾਈਨਲ ਈਅਰ ਦੇ, ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ, ਜਿਹੜੇ ਹਾਊਸ ਵਾਈਫਸ ਨੇ, ਹਾਊਸ ਮੇਕਰਸ ਨੇ, ਜਿਹੜੇ ਸਟੂਡੈਂਟਸ ਨੇ ਜਿਹੜੇ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦੇ ਨੇ, ਸੋ ਉਹਨਾਂ ਲਈ ਇਹ ਬੈਚ ਬਹੁਤ ਹੀ ਜ਼ਿਆਦਾ ਅਪਰੋਪਰੀਏਟ ਹੈ, ਠੀਕ ਹੈ। ਜੇ ਆਪਾਂ ਇਹਦੀ ਡੇਟ ਦੀ ਗੱਲ ਕਰੀਏ ਕਿ ਬੈਚ ਸ਼ੁਰੂ ਕਦੋਂ ਹੋ ਰਿਹਾ ਹੈ, ਸੋ ਦਿਸ ਬੈਚ ਇਜ਼ ਸਟਾਰਟਿੰਗ ਫਰੋਮ 25th of October। Okay, so this is the date। so 25 ਅਕਤੂਬਰ ਤੋਂ ਇਹ ਬੈਚ ਆਪਣਾ ਸ਼ੁਰੂ ਹੋ ਰਿਹਾ ਹੈ। ਸੋ ਫਰੋਮ ਦਿਸ ਪਰਟੀਕੂਲਰ ਡੇਟ ਤੁਹਾਨੂੰ ਪੀਸੀਆਈ ਦੇ ਪ੍ਰੀਲਿਮਸ ਪਲੱਸ ਮੇਨਸ ਦੋਨਾਂ ਦੀ ਇੱਕ ਇੰਟੀਗ੍ਰੇਟਿਡ ਫਾਰਮ ਦੇ ਵਿੱਚ ਤੁਹਾਨੂੰ ਰਿਕਾਰਡਡ ਲੈਕਚਰਸ ਮਿਲਣਗੇ, ਠੀਕ ਹੈ ਜੀ। ਸੋ ਆਪਾਂ ਦੇਖ ਲੈਣੇ ਕਿ ਇਸ ਬੈਚ ਦੇ ਵਿੱਚ ਤੁਹਾਨੂੰ ਹੋਏਗਾ ਕਿ ਕੀ ਕੁਝ ਇਹਦੇ ਫੀਚਰਸ ਜਿਹੜੇ ਤੁਹਾਨੂੰ ਕਿ ਮਿਲਣ ਵਾਲੇ ਨੇ। ਸੋ ਇਹਦੇ ਵਿੱਚ ਕੰਪਲੀਟ ਕਵਰੇਜ ਹੋਣ ਵਾਲੀ ਹੈ ਤੁਹਾਡੇ ਪ੍ਰੀਲਿਮਸ ਤੇ ਮੇਨਸ ਦੇ ਸਿਲੇਬਸ ਦੀ। ਸੋ ਇਦਾਂ ਨਹੀਂ ਕਿ ਹਾਂਜੀ ਆਪਾਂ ਪੀਸੀਐਸ ਦਾ ਬੈਚ ਲੈ ਕੇ ਆ ਰਹੇ ਹਾਂ, ਪ੍ਰੀਲਿਮਸ ਦੀ ਅਲੱਗ ਹੋਏਗੀ, ਮੇਨਸ ਦੀ ਅਲੱਗ ਹੋਏਗੀ, ਨਹੀਂ, ਕਿਉਂਕਿ ਸਿਵਲ ਸਰਵਿਸਿਜ਼ ਪ੍ਰੀਲਿਮਸ ਐਂਡ ਮੇਨਸ ਕੁਝ ਅੱਡ ਨਹੀਂ ਹੁੰਦਾ, ਠੀਕ ਹੈ ਨਾ। ਜੋ ਚੀਜ਼ ਤੁਸੀਂ ਪ੍ਰੀਲਿਮਸ ਦੇ ਵਿੱਚ ਆਬਜੈਕਟਿਵ ਟਾਈਪ ਦੇ ਵਿੱਚ ਕਰਨਾ, ਤੁਸੀਂ ਉਹੀ ਮੇਨਸ ਦੇ ਵਿੱਚ ਡਿਸਕ੍ਰਿਪਟਿਵ ਫਾਰਮ ਦੇ ਵਿੱਚ ਕਰਨਾ। ਸੋ ਇਹਦੇ ਵਿੱਚ ਬੇਸਿਕਲੀ ਥੋੜਾ ਐਨਾਲਿਸਿਸ ਪਾਰਟ ਜ਼ਿਆਦਾ ਆ ਜਾਂਦਾ ਹੈ। ਸੋ ਸਾਡੇ ਇਸ ਕੋਰਸ ਦੇ ਵਿੱਚ ਤੁਹਾਨੂੰ ਪ੍ਰੀਲਿਮਸ ਤੇ ਮੇਨਸ ਦੀ ਇਕੱਠੀ ਹੀ ਤਿਆਰੀ ਕਰਾਈ ਜਾਏਗੀ, ਇੰਟੀਗ੍ਰੇਟਿਡ ਫਾਰਮ ਦੇ ਵਿੱਚ ਤੁਹਾਡੀ ਤਿਆਰੀ ਹੋਣ ਵਾਲੀ ਹੈ, ਠੀਕ ਹੈ। ਚਾਹੇ ਤੁਹਾਡਾ ਜਨਰਲ ਸਟੱਡੀਜ਼ ਹੈ, ਚਾਹੇ ਤੁਹਾਡੇ ਸੀਸੈਟ ਨੇ, ਦੋਨੋਂ ਹੀ ਜਿਹੜੇ ਤੁਹਾਡੇ ਪਾਰਟਸ ਨੇ ਪ੍ਰੀਲਿਮਸ ਪਰਟੀਕੂਲਰਲੀ ਸਪੈਸ਼ਲੀ, ਕਿਉਂਕਿ ਸੀਸੈਟ ਤਾਂ ਇਕੱਲਾ ਪ੍ਰੀਲਿਮਸ ਦਾ ਪਾਰਟ ਹੈ। ਸੋ ਜਨਰਲ ਸਟੱਡੀਜ਼ ਜੋ ਕਿ ਪ੍ਰੀਲਿਮਸ ਐਂਡ ਮੇਨਸ ਦੋਨਾਂ 'ਚ ਹੀ ਆਉਂਦਾ ਹੁੰਦਾ ਹੈ, ਐਂਡ ਸੀਸੈਟ ਇਕੱਲਾ ਤੁਹਾਡਾ ਪ੍ਰੀਲਿਮਸ ਆਉਂਦਾ। ਸੋ ਦੋਨਾਂ ਹੀ ਦੀ ਹੀ ਤਿਆਰੀ ਤੁਹਾਨੂੰ ਇਸ ਬੈਚ ਦੇ ਵਿੱਚ ਕਰਾਉਣ ਮਿਲਣ ਵਾਲੀ ਹੈ। ਐਂਡ ਜੇ ਆਪਾਂ ਸਟੱਡੀ ਮਟੀਰੀਅਲ ਦੀ ਗੱਲ ਕਰੀਏ, ਸੋ ਸਟੱਡੀ ਮਟੀਰੀਅਲ ਲੈਕਚਰਸ ਤੁਹਾਨੂੰ ਆਨਲਾਈਨ ਮਿਲਣਗੇ, ਬਟ ਜਿਹੜੀ ਸਟੱਡੀ ਮਟੀਰੀਅਲ ਹੋਊਗਾ, ਜਿਹੜੀ ਤੁਹਾਡੀਆਂ ਬੁੱਕਸ ਨੇ, ਉਹ ਤੁਹਾਨੂੰ ਕੁਰੀਅਰ ਦੇ ਥਰੂ ਤੁਹਾਡੇ ਘਰੇ ਭੇਜੀਆਂ ਜਾਣਗੀਆਂ। ਸੋ ਦੈਟ ਤੁਹਾਨੂੰ ਆਦਤ ਬਣੇ, ਤੁਸੀਂ ਲਿਖਣਾ ਆਪਣੇ ਹੱਥ ਨਾਲ, ਸੋ ਤੁਹਾਨੂੰ ਉਹ ਲਿਖਣ ਦੀ ਪ੍ਰੈਕਟਿਸ ਹੋਵੇ। ਸੋ ਉਹਦੇ ਲਈ ਤੁਹਾਨੂੰ ਜਿਹੜੀ ਤੁਹਾਡੀ ਪੂਰਾ ਸਟੱਡੀ ਮਟੀਰੀਅਲ ਹੈ ਨਾ ਪੀਸੀਐਸ ਦੀ ਤਿਆਰੀ ਲਈ, ਉਹ ਸਾਰਾ ਦਾ ਸਾਰਾ ਤੁਹਾਡਾ ਹਾਰਡ ਕਾਪੀ ਦੇ ਵਿੱਚ ਮਿਲਣ ਵਾਲਾ ਹੈ, ਠੀਕ ਹੈ ਜੀ। ਐਂਡ ਵੀਕਲੀ ਟੈਸਟ, ਹਰ ਹਫਤੇ ਤੁਹਾਡੇ ਟੈਸਟ ਹੋਣਗੇ। ਐਂਡ ਉਸ ਤੋਂ ਬਾਅਦ ਚੋਂ ਯੂ ਵਿਲ ਬੀ ਹੈਵਿੰਗ ਦੀ ਸੈਸ਼ਨਸ ਔਨ ਆਨਸਰ ਰਾਈਟਿੰਗ ਆਲਸੋ। ਤੁਹਾਨੂੰ ਆਨਸਰ ਰਾਈਟਿੰਗ ਵੀ ਕਰਾਈ ਜਾਏਗੀ, ਕਿਉਂਕਿ ਸਿਵਲ ਸਰਵਿਸਿਜ਼ ਦੇ ਵਿੱਚ ਮੇਨਸ ਕਲੀਅਰ ਕਰਨਾ ਹੈ ਤਾਂ ਆਨਸਰ ਰਾਈਟਿੰਗ ਇਜ਼ ਦੀ ਓਨਲੀ ਕੀ। ਸੋ ਆਨਸਰ ਰਾਈਟਿੰਗ ਦੇ ਉੱਪਰ ਖਾਸ ਧਿਆਨ ਦਿੱਤਾ ਜਾਊਗਾ, ਠੀਕ ਹੈ ਜੀ। ਸੋ ਜਿਹੜੇ ਵੀ ਸਟੂਡੈਂਟਸ ਹੂ ਆਰ ਇਨਟੂ ਦ ਸਿਵਲ ਸਰਵਿਸਿਜ਼ ਪ੍ਰੈਪਰੇਸ਼ਨ, ਠੀਕ ਹੈ ਨਾ, ਸੋ ਆਪਣੀ ਗਿਆਨਮ ਪੰਜਾਬ ਦੀ ਵੈਬਸਾਈਟ ਤੇ ਜਦੋਂ ਤੁਸੀਂ ਜਾਓਗੇ ਤੁਹਾਨੂੰ ਇਦਾਂ ਦਾ ਇੱਕ, ਠੀਕ ਹੈ ਨਾ, ਇੱਕ ਤੁਹਾਨੂੰ ਇੰਟਰਫੇਸ ਮਿਲੂਗਾ। ਸੋ ਇੱਥੇ ਆ ਕੇ ਤੁਸੀਂ ਆਪਣੇ ਪੀਸੀਐਸ ਦਾ ਇੱਕ ਆਨਲਾਈਨ ਆਪਣਾ ਬੈਚ ਨੂੰ ਰਜਿਸਟਰ ਕਰਵਾ ਸਕਦੇ ਹੋ। ਐਂਡ ਇਵੈਂਚੁਅਲੀ ਯੂ ਕੈਨ ਪਰਚੇਜ਼ ਦ ਬੈਚ। ਇਹਦੀ ਜਿਹੜੀ ਫੀਸ ਹੈ ਬਹੁਤ ਹੀ ਜ਼ਿਆਦਾ ਨੋਮੀਨਲ ਹੈ, 30,000 ਹੈ, ਕਿਉਂਕਿ ਜਨਰਲੀ ਜਦੋਂ ਆਪਾਂ ਦੇਖਦੇ ਹਾਂ ਤਾਂ ਸਿਵਲ ਸਰਵਿਸਿਜ਼ ਦੀ ਫੀਸ ਨਾ ਲੱਖਾਂ ਤੱਕ ਜਾਂਦੀ ਹੈ, ਬਟ ਅਸੀਂ ਇੰਨੇ ਹਾਈ ਰੇਟਸ ਤੇ ਆਪਣੀ ਜਿਹੜੀ ਸਟੱਡੀ ਹੈ ਉਹ ਵੀ ਡੂ ਨਾਟ ਵਾਂਟ ਕਿ ਕੈਂਡੀਡੇਟ ਇੰਨੇ ਪੈਸੇ ਖਰਚ ਕੇ ਸਿਵਲ ਪੀਸੀਐਸ ਦੀ ਤਿਆਰੀ ਕਰਨ। ਸੋ ਰੇਟ ਬਹੁਤ ਹੀ ਨੋਮੀਨਲ ਰੱਖਿਆ ਗਿਆ ਤਾਂ ਕਿ ਸਾਰਿਆਂ ਦੀ ਹੀ ਅਵੇਲੇਬਿਲਿਟੀ ਹੋ ਸਕੇ ਇਸ ਬੈਚ ਨੂੰ ਲੈਣ ਦੀ, ਠੀਕ ਹੈ ਜੀ। ਸੋ ਦ ਡੇਟ ਇਜ਼ 25th of October। ਹੁਣ ਜੇ ਆਪਾਂ ਇਸ ਪੇਪਰ ਦੀ ਤਿਆਰੀ ਦੀ ਗੱਲ ਕਰੀ ਕਿ ਤੁਸੀਂ ਆਪਾਂ ਸਟੈਪ ਬਾय ਸਟੈਪ ਕਰਨਾ ਕਿਵੇਂ ਆ, ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਹਾਂ, ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਤੁਹਾਡੀ ਐਨਸੀਈਆਰਟੀਜ਼ ਤੋਂ, ਠੀਕ ਹੈ ਜੀ। ਸੋ 6th ਤੋਂ ਲੈ ਕੇ 12th ਕਲਾਸ ਤੱਕ ਜਿਹੜੀ ਐਨਸੀਈਆਰਟੀਜ਼ ਨੇ ਤੁਹਾਡੀਆਂ, ਪਲੱਸ ਤਮਿਲਨਾਡੂ ਬੋਰਡ ਦੀਆਂ ਬੁੱਕਸ, ਕਿਉਂਕਿ ਸਿਵਲ ਸਰਵਿਸਿਜ਼ ਪੀਸੀਐਸ ਦੀ ਆਪਾਂ ਗੱਲ ਕਰਾਂਗੇ ਤਾਂ ਪੀਸੀਐਸ ਕਿਤੇ ਨਾ ਕਿਤੇ ਯੂਪੀਐਸਸੀ ਦੇ ਪੈਟਰਨ ਦੇ ਬਹੁਤ ਜ਼ਿਆਦਾ ਕਲੋਜ਼ ਹੋ ਕੇ ਚੱਲਦਾ ਹੈ। ਸੋ ਉੱਥੇ ਤੁਹਾਨੂੰ ਤਮਿਲਨਾਡੂ ਬੋਰਡ ਦੀਆਂ ਬੁੱਕਸ ਬਹੁਤ ਜ਼ਿਆਦਾ ਹੈਲਪ ਕਰਨ ਵਾਲੀਆਂ ਨੇ। ਐਂਡ ਇਸੇ ਹੀ ਇਨੀਸ਼ੀਏਟਿਵ ਨੂੰ ਦੇਖਦੇ ਹੋਏ ਜਿਹੜਾ ਸਾਡਾ ਦੂਸਰਾ ਚੈਨਲ ਹੈ, ਠੀਕ ਹੈ, ਵਿਚ ਇਜ਼ ਯੋਰ ਸਿਵਲ ਸਟੈਪ, ਉੱਥੇ ਉਹਨਾਂ ਦੇ ਸਾਡੇ YouTube ਚੈਨਲ ਤੇ ਸੋ ਆਰੰਭ ਜਿਹੜੀ 2.0 ਸੀਰੀਜ਼ ਚੱਲ ਰਹੀ ਹੈ, ਜਿੱਥੇ ਹਰ ਇੱਕ ਸਬਜੈਕਟ ਦੀਆਂ ਐਨਸੀਈਆਰਟੀਜ਼ ਨੂੰ ਕਲਾਸ ਵਾਈਜ਼ ਐਂਡ ਟੌਪਿਕ ਵਾਈਜ਼ ਪੜ੍ਹਾਇਆ ਗਿਆ, ਠੀਕ ਹੈ। ਜੋ ਤੁਸੀਂ ਸਿਵਲ ਸਟੈਪ ਦੀ ਵੈਬਸਾਈਟ ਤੇ ਜਾਓਗੇ, ਉੱਥੇ ਤੁਸੀਂ ਰਜਿਸਟਰ ਕਰੋਗੇ, ਸੋ ਤੁਹਾਨੂੰ ਇਦਾਂ ਦੀਆਂ ਸਾਰੀਆਂ ਐਨਸੀਈਆਰਟੀਜ਼ ਦੇਖਣ ਨੂੰ ਮਿਲਣਗੀਆਂ, ਠੀਕ ਹੈ ਜੀ। ਪਲੱਸ ਉਹਨਾਂ ਦੇ ਤੁਹਾਨੂੰ ਲੈਕਚਰਸ ਵੀ ਮਿਲਣਗੇ। ਸੋ ਯੂ ਵਿਲ ਬੀ ਗੈਟਿੰਗ ਜੀਓਗ੍ਰਾਫੀ ਹੋ ਗਿਆ, ਇਕੋਨਮੀ ਹੋ ਗਿਆ, ਪੋਲਿਟੀ ਹੋ ਗਿਆ, ਸਾਰੇ ਸਬਜੈਕਟਸ ਦੇ ਐਨਸੀਈਆਰਟੀਜ਼ ਐਂਡ ਇੱਕ ਚੈਪਟਰ ਨੂੰ ਡਿਟੇਲ 'ਚ ਡਿਸਕਸ ਕੀਤਾ ਗਿਆ ਬਾਈ ਦੀ ਕੰਸਰਨ ਫੈਕਲਟੀਜ਼, ਠੀਕ ਹੈ ਨਾ। ਸੋ ਪਹਿਲਾਂ ਆਪਾਂ ਇਨੀਸ਼ੀਏਸ਼ਨ ਕਰਾਂਗੇ ਐਨਸੀਈਆਰਟੀਜ਼ ਤੋਂ। ਜਦੋਂ ਆਪਾਂ ਐਨਸੀਈਆਰਟੀਜ਼ ਪੜ੍ਹ ਲਈਆਂ ਨੇ, ਫਿਰ ਆਪਾਂ ਉਹਨਾਂ ਐਨਸੀਈਆਰਟੀਜ਼ ਦੇ ਨੋਟਸ ਬਣਾਉਣੇ ਨੇ, ਠੀਕ ਹੈ ਨਾ। ਉਸ ਟਾਈਮ ਤੱਕ ਤੁਹਾਡੇ ਕੋਲ ਤੁਹਾਡੀਆਂ ਬੁੱਕਸ ਵੀ ਆ ਜਾਣਗੀਆਂ ਐਂਡ ਪਲੱਸ ਨਾਲ ਦੀ ਨਾਲ ਤੁਸੀਂ ਆਪਣੇ ਰਿਕਾਰਡਡ ਲੈਕਚਰਸ ਵੀ
ਵੀ ਦੇਖਣੇ ਸ਼ੁਰੂ ਕਰ ਦੇਣੇ, ਠੀਕ ਹੈ। ਸੋ NCERT ਬੁੱਕ 6 ਤੋਂ ਲੈ ਕੇ 12th ਇਹਦੇ ਵਿੱਚ ਤੁਸੀਂ ਕਵਰ ਕਰਨੇ ਨੇ, ਠੀਕ ਹੈ ਨਾ। ਸੋ ਨੋਟਸ ਤੁਹਾਨੂੰ ਮਿਲਣਗੇ, ਠੀਕ ਹੈ ਨਾ। ਸੋ ਨੋਟਸ ਆਰ ਅਟੈਚ, ਜਿਹੜੀ ਆਪਣੀ ਆਹ ਆਰੰਭ ਸੀਰੀਜ਼ ਹੈ ਉਹਦੇ ਵਿੱਚ ਤੁਹਾਨੂੰ ਨੋਟਸ ਵੀ ਬਕਾਇਆ ਮਿਲਣਗੇ, ਤੁਸੀਂ ਸਿਰਫ ਉਹਨਾਂ ਨੂੰ ਪੜ੍ਹਨਾ ਤੇ ਆਪਣੇ ਹੱਥ ਲਿਖਤ ਨੋਟਸ ਬਣਾਉਣੇ ਨੇ, ਠੀਕ ਹੈ ਨਾ। ਐਂਡ ਜਦੋਂ ਆਪਾਂ ਲੈਕਚਰਸ ਦੀ ਗੱਲ ਕਰਾਂਗੇ ਤਾਂ ਸ਼ੁਰੂਆਤ ਹੋਊਗੀ ਜੋਗ੍ਰਾਫੀ ਨਾਲ, ਸਵੇਰੇ ਜੋਗ੍ਰਾਫੀ ਦੇ ਲੈਕਚਰਸ ਮਿਲੂਗਾ ਇੱਕ, ਐਂਡ ਸ਼ਾਮ ਨੂੰ ਤੁਹਾਨੂੰ ਇੱਕ ਪੋਲਿਟੀ ਦਾ ਲੈਕਚਰ ਮਿਲੂਗਾ, ਕਿਉਂਕਿ ਟਾਈਮ ਥੋੜਾ ਆਪਣੇ ਕੋਲ। ਸੋ ਆਪਾਂ ਇੱਕ ਸਬਜੈਕਟ 1 by 1 ਨਹੀਂ ਕਰਾਂਗੇ, ਆਪਾਂ ਸਵੇਰੇ ਸ਼ਾਮ ਲੈਕਚਰਸ ਦੇਖਾਂਗੇ। ਸੋ ਬਿਗਨਿੰਗ ਹੋਊਗੀ ਜੋਗ੍ਰਾਫੀ ਦੇ ਲੈਕਚਰਸ ਨਾਲ, ਐਂਡ ਸ਼ਾਮ ਨੂੰ ਹੋਊਗੀ ਤੁਹਾਡੀ ਪੋਲਿਟੀ ਨਾਲ, ਠੀਕ ਹੈ ਜੀ। ਸੋ ਜਦੋਂ ਤੁਸੀਂ ਲੈਕਚਰਸ ਦੇਖੋਗੇ, ਤੁਸੀਂ NCERTs ਪੜ੍ਹ ਲਈਆਂ ਨੇ, ਫਿਰ ਤੁਸੀਂ ਲੈਕਚਰਸ ਦੇਖ ਰਹੇ ਹੋ, ਹੁਣ ਤੁਹਾਡੇ NCERTs ਦੇ ਨੋਟਸ ਨਾਲ ਸਪਲੀਮੈਂਟੇਸ਼ਨ ਕਿਹਦੀ ਹੋਊਗੀ, ਤੁਹਾਡੀ ਲੈਕਚਰਸ ਦੀ, ਠੀਕ ਹੈ ਨਾ। ਸੋ ਲੈਕਚਰਸ ਦੇਖਣੇ ਨੇ, ਨੋਟਸ ਨੂੰ ਹੋਰ ਸਪਲੀਮੈਂਟ ਕਰਨਾ, ਹੋਰ ਐਡ ਕਰਨਾ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਚੋਂ ਤੁਹਾਡੀਆਂ ਬੁੱਕਸ ਆ ਜਾਣਗੀਆਂ ਤੁਹਾਡੇ ਕੋਲ। ਸੋ ਤੁਹਾਡੇ ਕੋਲ ਕੀ ਚੀਜ਼ ਹੋਣ ਵਾਲੀ ਹੈ, NCERT ਪਲੱਸ ਤੁਹਾਡੇ ਹੋ ਗਈਆਂ ਜਿਹੜੇ ਤੁਹਾਡੇ ਲੈਕਚਰਸ ਨੇ, ਲੈਕਚਰਸ ਆਉਣਗੇ ਤੁਹਾਡੇ ਨਾਲ, ਪਲੱਸ ਤੁਹਾਡੇ ਕੋਲ ਆ ਜਾਣਗੀਆਂ ਤੁਹਾਡੀਆਂ ਬੁੱਕਸ। ਇਹਨਾਂ ਤਿੰਨਾਂ ਦੀ ਕੰਬੀਨੇਸ਼ਨ ਨਾਲ ਤੁਸੀਂ ਆਪਣੇ ਇੱਕ ਇੰਟੀਗ੍ਰੇਟਿਡ ਨੋਟਸ ਬਣਾਉਣੇ ਨੇ ਆਪਣੇ ਘਰੇ ਬੈਠ ਕੇ, ਠੀਕ ਹੈ ਨਾ। ਸੋਰਸਿਸ ਸਾਰੇ ਤੁਹਾਨੂੰ ਗਿਆਨਮ ਵੱਲੋਂ ਪ੍ਰੋਵਾਈਡ ਕੀਤੇ ਜਾਣਗੇ, ਲਿਖਣਾ ਤੁਸੀਂ ਆਪ ਆਪਣੇ ਹੱਥ ਨਾਲ ਹੈ, ਆਪਣੇ ਰਜਿਸਟਰਸ ਦੇ ਵਿੱਚ ਆਪਣੇ ਨੋਟਸ ਬਣਾਉਣੇ ਨੇ, ਤਾਂ ਹੀ ਤੁਸੀਂ ਜਦੋਂ ਇਵੈਂਚੁਅਲੀ ਰਿਵਾਈਜ਼ ਕਰੋਗੇ ਨਾ ਅੱਗੇ ਜਾ ਕੇ, ਸੋ ਤੁਹਾਨੂੰ ਬਹੁਤ ਜ਼ਿਆਦਾ ਈਜ਼ੀ ਹੋਣ ਵਾਲਾ ਹੈ, ਠੀਕ ਹੈ ਜੀ। ਸੋ ਲੈਕਚਰ ਤੁਹਾਨੂੰ ਡੇਲੀ ਦਾ 2 ਲੈਕਚਰਸ ਮਿਲਣਗੇ, ਮਾਰਨਿੰਗ ਐਂਡ ਈਵਨਿੰਗ ਲੈਕਚਰਸ ਹੋਣਗੇ, ਐਂਡ ਦਿਸ ਵਿਲ ਬੀ ਸਪਲੀਮੈਂਟਡ ਵਿਦ ਦ ਬੁੱਕਸ, ਓਕੇ ਜੀ। ਸੋ ਇਹ ਤੁਹਾਡੀ ਸਾਰੀਆਂ ਕਿਤਾਬਾਂ ਨੇ। ਸੋ ਚਾਹੇ ਤੁਹਾਡਾ ਹਿਸਟਰੀ ਹੈ, ਪੋਲਿਟੀ ਹੈ, ਜੋਗ੍ਰਾਫੀ ਹੈ, ਇਕੋਨਮੀ ਹੈ, ਚਾਹੇ ਵਰਲਡ ਹਿਸਟਰੀ ਹੈ, ਇੰਟਰਨੈਸ਼ਨਲ ਰਿਲੇਸ਼ਨਸ, ਇੰਟਰਨਲ ਸਿਕਿਉਰਿਟੀ, ਸੋ ਜਿੰਨੇ ਵੀ ਤੁਹਾਡੇ ਸਬਜੈਕਟਸ ਨੇ ਤੁਹਾਨੂੰ ਸਾਰਿਆਂ ਹੀ, ਪਲੱਸ ਮੋਰ ਓਵਰ ਪੰਜਾਬ GK ਜੋ ਕਿ ਬਹੁਤ ਇੰਪੋਰਟੈਂਟ ਪਾਰਟ ਆ ਜਾਂਦਾ ਆਪਣੀ PCS ਦਾ, ਠੀਕ ਹੈ ਜੀ। ਸਾਰੇ ਹੀ ਸਬਜੈਕਟਸ ਨੇ ਜਿਹੜੀ ਤੁਹਾਡੀਆਂ ਬੁੱਕਸ ਨੇ ਤੁਹਾਨੂੰ ਕੁਰੀਅਰ ਦੇ ਥਰੂ ਤੁਹਾਡੇ ਘਰੇ ਮਿਲਣਗੀਆਂ, ਓਕੇ। ਐਂਡ ਅਪਾਰਟ ਫਰਮ ਦਿਸ, ਕਿਉਂਕਿ ਗਿਆਨ ਪੰਜਾਬ ਦਾ ਇੱਕ ਨਾਲ ਇੱਕ ਹੋਰ ਚੈਨਲ ਵੀ ਹੈ, ਸਿਵਲ ਸਟੈਪ IAS, ਠੀਕ ਹੈ ਜੀ। ਸੋ ਸਿਵਲ ਸਟੈਪ IAS ਦੇ ਉੱਪਰ ਸਟੂਡੈਂਟਸ 2 ਆਪਣੀ ਇੱਕ ਸੀਰੀਜ਼ ਚੱਲ ਰਹੀਆਂ ਨੇ। ਪਹਿਲੀਆਂ ਸੀਰੀਜ਼ ਆਉਂਦੀਆਂ ਨੇ ਕਰੰਟ ਅਫੇਅਰਸ ਨੂੰ ਲੈ ਕੇ, ਕਿਉਂਕਿ ਸਿਵਲ ਸਰਵਿਸਿਜ਼ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਰੰਟ ਅਫੇਅਰ ਸਭ ਤੋਂ ਜ਼ਿਆਦਾ ਇੰਪੋਰਟੈਂਸ ਰੱਖਦੇ ਨੇ। ਸੋ ਕਰੰਟ ਅਫੇਅਰਸ ਦੀ ਖਾਏਗੀ ਆਪਣੀ ਸੀਰੀਜ਼ ਸਰਵਾਧਾਰ ਸੀਰੀਜ਼, ਠੀਕ ਹੈ ਨਾ। ਸੋ ਸਰਵਾਧਾਰ ਸੀਰੀਜ਼ ਦੇ ਵਿੱਚ ਕੀ ਹੋ ਰਿਹਾ ਹੈ, ਵੀਕਲੀ ਕਰੰਟ ਅਫੇਅਰਸ ਡਿਸਕਸ ਹੁੰਦੇ ਨੇ। ਫੋਰ ਐਗਜ਼ਾਮਪਲ ਜੇ ਆਪਾਂ ਦੇਖਾਂਗੇ ਕਿ ਮੰਡੇ ਹੈ, ਮੰਡੇ ਨੂੰ ਪੋਲਿਟੀ ਹੈ, ਠੀਕ ਹੈ ਨਾ। ਸੋ ਮੰਡੇ ਨੂੰ ਜਦੋਂ ਆਪਾਂ ਪੋਲਿਟੀ ਦੀ ਗੱਲ ਕਰਾਂਗੇ ਤਾਂ ਪਿਛਲੇ ਇੱਕ ਹਫਤੇ ਦੇ ਵਿੱਚ, ਪਿਛਲੇ ਮੰਡੇ ਤੋਂ ਲੈ ਕੇ ਸੰਡੇ ਤੱਕ ਜਿੰਨੇ ਵੀ ਕਰੰਟ ਅਫੇਅਰਸ ਪੋਲਿਟੀ ਦੇ ਹੋਏ ਨੇ ਫਰਮ ਡਿਫਰੈਂਟ ਨਿਊਜ਼ਪੇਪਰ ਸੋਰਸਿਸ, ਚਾਹੇ ਉਹਦਾ ਹਿੰਦੂ ਹੈ, ਇੰਡੀਅਨ ਐਕਸਪ੍ਰੈਸ ਹੈ, ਠੀਕ ਹੈ ਜੀ, ਮਿੰਟ ਹੈ, ਕੋਈ ਵੀ ਤੁਹਾਡੇ ਨਿਊਜ਼ਪੇਪਰਸ ਨੇ, ਠੀਕ ਹੈ ਜੀ, ਉਹ ਸਾਰੇ ਨਿਊਜ਼ਪੇਪਰ ਦੇ ਸੋਰਸਿਸ ਨੂੰ ਇਕੱਠਾ ਕਰਕੇ ਫਿਰ ਤੁਹਾਡੇ ਕੋਲ ਵੀਕਲੀ ਕਰੰਟ ਅਫੇਅਰਸ ਦੀ ਕਲਾਸ ਹੁੰਦੀ ਹੈ, ਠੀਕ ਹੈ ਜੀ। ਸੋ ਇਹ ਤੁਹਾਡੀ ਕਰੰਟ ਅਫੇਅਰਸ ਹੈ ਜੋ ਕਿ ਪ੍ਰੀਲਿਮਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਜਾਂਦੀ ਹੈ, ਪਲੱਸ ਮੋਰ ਓਵਰ ਯੂ ਕੈਨ ਯੂਜ਼ ਦ ਸੇਮ ਕਰੰਟ ਅਫੇਅਰਸ ਫॉर योर ਮੇਨਸ ਆਲਸੋ, ਓਕੇ। ਦੈਨ ਉਸ ਤੋਂ ਬਾਅਦ ਜੋ ਦੂਸਰੀ ਆਪਣੀ ਸੀਰੀਜ਼ ਚੱਲ ਰਹੀ ਹੈ ਪ੍ਰਤੀਬੱਧ ਸੀਰੀਜ਼। ਹੁਣ ਪ੍ਰਤੀਬੱਧ ਸੀਰੀਜ਼ ਦੇ ਵਿੱਚ ਕੀ ਹੈ, ਪ੍ਰਤੀਬੱਧ ਸੀਰੀਜ਼ ਦੇ ਵਿੱਚ ਪਿਛਲੇ 10 ਸਾਲਾਂ ਦੇ, ਠੀਕ ਹੈ ਨਾ, 2015 ਤੋਂ ਲੈ ਕੇ 2023 ਤੱਕ ਦੇ ਜਿੰਨੇ ਵੀ UPSC ਦੇ ਵਿੱਚ ਕੁਐਸਚਨਸ ਆਏ ਹੋਏ ਨੇ, ਮੇਨਸ ਦੇ ਵਿੱਚ ਜਿੰਨੇ ਵੀ ਕੁਐਸਚਨਸ ਆਏ ਹੋਏ ਨੇ, ਵਿਚ ਇਜ਼ ਕਲੋਜ਼ ਟੂ 800 ਕੁਐਸਚਨਸ, ਠੀਕ ਹੈ ਜੀ। ਸੋ 800 ਕੁਐਸਚਨਸ ਨੂੰ ਸਬਜੈਕਟ ਵਾਈਜ਼ ਐਂਡ ਦੈਨ ਪਾਰਟਿਕੂਲਰਲੀ ਟੌਪਿਕ ਵਾਈਜ਼, ਠੀਕ ਹੈ ਨਾ। ਸੋ ਦੇਖ ਸਕਦੇ ਹਾਂ ਜੋਗ੍ਰਾਫੀ ਐਂਡ ਦੈਨ ਜੀਓਮੋਰਫੋਲੋਜੀ। ਸੋ ਸਬਜੈਕਟ ਵਾਈਜ਼ ਐਂਡ ਦੈਨ ਟੌਪਿਕ ਵਾਈਜ਼ ਤੁਹਾਡੇ ਕੋਲ ਸਾਰੇ ਦੇ ਸਾਰੇ PYQs ਡਿਸਕਸ ਕੀਤੇ ਗਏ ਨੇ, ਤਾਂ ਕਿ ਤੁਹਾਨੂੰ ਇੱਕ ਆਈਡੀਆ ਮਿਲ ਜਾਏ ਕਿ ਜਿਹੜੇ UPSC ਦੇ ਉੱਪਰ ਕੁਐਸਚਨਸ ਕਿਹੋ ਜਿਹੇ ਆਏ ਹੋਏ ਨੇ, ਐਂਡ ਆਪਾਂ ਉਹਨਾਂ ਤੋਂ ਇੱਕ ਰੂਪ ਰੇਖਾ ਲੈ ਕੇ ਆਪਾਂ ਆਪਣੇ ਪ੍ਰੀਸੀਅਸ ਦੀ ਆਪਣੀ ਮੇਨਸ ਦੀ ਤਿਆਰੀ ਆਪਾਂ ਕਿਵੇਂ ਕਰ ਸਕਦੇ ਹਾਂ, ਠੀਕ ਹੈ ਜੀ। ਸੋ ਇਹ ਸਾਰਾ ਕੁਝ ਤੁਸੀਂ ਆਪਣੇ ਇਸ PCS ਦੇ ਬੈਚ ਦੇ ਵਿੱਚ, ਜਿਹੜਾ ਆਪਣਾ ਰਿਕਾਰਡਡ ਬੈਚ ਹੈਗਾ, ਉਹਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ, ਠੀਕ ਹੈ ਨਾ। ਐਂਡ ਦੈਨ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਸੋ ਜਦੋਂ ਪ੍ਰੀਲਿਮਸ ਤੋਂ ਬਾਅਦ ਜਦੋਂ ਆਪਣੀ ਮੇਨਸ ਆਉਣਗੇ, ਸੋ ਮੇਨਸ ਲਈ ਇੱਕ ਵੈਲਿਊ ਐਡੀਸ਼ਨ ਕੋਰਸ ਵੀ ਇਹਦੇ ਵਿੱਚ ਐਡ ਕੀਤਾ ਜਾਊਗਾ। ਟੈਸਟ ਸੀਰੀਜ਼ ਜੋ ਕਿ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਹੈ ਆਪਣੇ PCS ਦੀ ਤਿਆਰੀ ਦੇ ਵਿੱਚ, ਸੋ ਟੈਸਟ ਸੀਰੀਜ਼ ਵੀ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ, ਠੀਕ ਹੈ, ਤਾਂ ਕਿ ਤੁਹਾਨੂੰ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਹੋ ਸਕੇ। ਹੁਣ ਇੰਟੀਗ੍ਰੇਟਿਡ ਟੈਸਟ ਸੀਰੀਜ਼ ਹੋਊਗੀ ਤਾਂ ਪ੍ਰੀਲਿਮਸ ਵੀ ਐਂਡ ਮੇਨਸ ਦੋਨੋਂ ਹੀ ਤੁਹਾਨੂੰ ਇਹਦੇ ਵਿੱਚ ਐਡ ਹੋਣਗੇ, ਐਂਡ ਆਫਟਰ ਦ ਮੇਨਸ ਯੂ ਵਿਲ ਬੀ ਗੈਟਿੰਗ ਦੀ ਪ੍ਰੈਪਰੇਸ਼ਨ ਔਰ ਦੀ ਗਾਈਡੈਂਸ ਫॉर ਇੰਟਰਵਿਊ ਆਲਸੋ। ਸੋ ਇੰਟਰਵਿਊ ਗਾਈਡਡ ਪ੍ਰੋਗਰਾਮ, ਠੀਕ ਹੈ ਨਾ, IGPV ਇਸ ਕੋਰਸ ਦੇ ਨਾਲ ਅਵੇਲੇਬਲ ਹੈ, ਠੀਕ ਹੈ। ਐਂਡ ਦੈਨ ਲਾਸਟਲੀ ਅਗਰ ਆਪਾਂ ਗੱਲ ਕਰਾਂਗੇ, ਸੋ ਜਿਹੜੇ ਵੀ ਟੀਚਰਸ ਦੇ ਲੈਕਚਰਸ ਤੁਸੀਂ ਇਸ ਰਿਕਾਰਡਡ ਬੈਚ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ, ਉਹਨਾਂ ਸਾਰੇ ਟੀਚਰਸ ਦੇ ਜਿਹੜੇ ਡੈਮੋ ਲੈਕਚਰਸ ਨੇ, ਸੋ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਪ੍ਰੋਵਾਈਡਡ ਹੈ, ਸੋ ਡਿਸਕ੍ਰਿਪਸ਼ਨ ਬਾਕਸ ਦੇ ਲਿੰਕ ਤੇ ਜਾ ਕੇ ਕਲਿੱਕ ਕਰਕੇ ਤੁਸੀਂ ਉਹਨਾਂ ਸਾਰੇ ਲੈਕਚਰਸ ਨੂੰ ਦੇਖ ਸਕਦੇ ਹੋ। ਤੁਹਾਨੂੰ ਇੱਕ ਆਈਡੀਆ ਮਿਲ ਜਾਊਗਾ ਕਿ ਕਿਹੜੇ ਟੀਚਰਸ ਨੇ ਤੁਹਾਨੂੰ ਕਿਹੜੇ ਸਬਜੈਕਟਸ ਪੜ੍ਹਾਉਣੇ ਨੇ, ਬਿਕੋਜ਼ ਜਿਨ੍ਹਾਂ ਦੇ ਡੈਮੋ ਲੈਕਚਰਸ ਨੇ ਉਹੀ ਤੁਹਾਨੂੰ ਸਾਰੇ ਪ੍ਰੋਗਰਾਮ ਕਰਵਾਉਣ ਵਾਲੇ ਨੇ। ਸੋ ਇੱਕ ਤੁਹਾਨੂੰ ਆਈਡੀਆ ਮਿਲ ਜਾਊਗਾ ਕਿ ਹਾਂਜੀ ਕਿਵੇਂ ਤੁਹਾਨੂੰ ਥੋੜਾ ਪੂਰਾ ਦਾ ਪੂਰਾ ਜਿਹੜਾ ਆਪਣਾ ਇੱਕ ਸਿਸਟਮ ਹੈ ਉਹ ਕਿਵੇਂ ਅੱਗੇ ਚੱਲੂਗਾ, ਠੀਕ ਹੈ ਜੀ। ਸੋ ਜੇ ਕੋਈ ਹੋਰ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਆਫਿਸ ਦੇ ਨੰਬਰਸ ਵੀ ਅਵੇਲੇਬਲ ਨੇ, ਸੋ ਤੁਸੀਂ ਉਹਨਾਂ ਦੇ ਉੱਪਰ ਕਾਲ ਕਰਕੇ ਵੀ ਆਪਣਾ ਕੋਈ ਵੀ ਡਾਊਟ ਹੈ ਉਹ ਕਲੀਅਰ ਕਰ ਸਕਦੇ ਹੋ, ਠੀਕ ਹੈ ਜੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੇ ਇਸ PCS ਦੇ ਆਨਲਾਈਨ ਰਿਕਾਰਡਡ ਬੈਚ ਬਾਰੇ ਪਤਾ ਲੱਗ ਗਿਆ ਇਨਫੋਰਮੇਸ਼ਨ। ਆਈ ਹੋਪ ਆਈ ਹੈਵ ਡਿਲੀਵਰਡ ਆਲ ਦੀ ਇਨਫੋਰਮੇਸ਼ਨ। ਜੇ ਫਿਰ ਵੀ ਕੋਈ ਡਾਊਟ ਹੈ ਤਾਂ ਫੀਲ ਫਰੀ ਟੂ ਕੰਟੈਕਟ ਟੂ ਅਸ, ਠੀਕ ਹੈ ਜੀ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਲਦੀ ਮਿਲਾਂਗੇ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ ਐਂਡ ਆਲ ਦਾ ਵੈਰੀ ਬੈਸਟ ਫॉर योर प्रिपरेशन। थैंक यू जी, सत श्री अकाल।